ਮੇਰਾ ਨਾਮ ਕਵਿਤਾ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰਾ ਸਹੁਰਾ ਘਰ ਇੱਕ ਸਾਂਝਾ ਪਰਿਵਾਰ ਸੀ ਅਤੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ। ਮੇਰੀ ਧੀ ਆਪਣੇ ਚਾਚੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹ ਆਪਣੇ ਚਾਚੇ ਦੇ ਹੱਥਾਂ ਨਾਲ ਰਾਤ ਦਾ ਖਾਣਾ ਖਾਂਦੀ ਸੀ। ਜੇ ਮੈਂ ਉਸ ਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗਦੀ ਤਾਂ ਉਹ ਰੋਣ ਲੱਗ ਪੈਂਦੀ। ਚਾਚੇ ਭਤੀਜੀ ਦਾ ਇੰਨਾ ਪਿਆਰ ਦੇਖ ਕੇ ਮੈਂ ਬਹੁਤ ਖੁਸ਼ ਹੁੰਦੀ ਸੀ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਵੀ ਮੈਂ ਆਪਣੇ ਦਿਓਰ ਦੇ ਰਿਸ਼ਤੇ ਦੀ ਗੱਲ ਕਰਦੀ ਤਾਂ ਮੇਰੀ ਧੀ ਰਿਸ਼ਤੇ ਵਿੱਚ ਕੋਈ ਨਾ ਕੋਈ ਨੁਕਸ ਕੱਢਦੀ ਤੇ ਇਨਕਾਰ ਕਰ ਦਿੰਦੀ। ਇੱਕ ਦਿਨ ਹਨੇਰਾ ਹੋਣ ਤੋਂ ਬਾਅਦ ਮੈਂ ਆਪਣੇ ਦਿਓਰ ਦੇ ਕੱਪੜੇ ਪਾ ਕੇ ਆਪਣੀ ਧੀ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਉਸ ਦੇ ਕਮਰੇ ਵਿੱਚ ਆਈ ਨੂੰ ਅਜੇ 5 ਮਿੰਟ ਹੀ ਹੋਏ ਸਨ ਜਦੋਂ ਮੇਰੀ ਬੇਟੀ ਨੇ ਅਜੇ ਗੱਲ ਕਹੀ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਪੇ ਅਕਸਰ ਅਣਜਾਣ ਰਹਿੰਦੇ ਹਨ ਅਤੇ ਉਹਨਾਂ ਦੇ ਬੱਚੇ ਉਹ ਕੰਮ ਕਰਨ ਲੱਗ ਪੈਂਦੇ ਹਨ ਜਿਨ੍ਹਾਂ ਬਾਰੇ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਮੇਰੇ ਪਤੀ ਬਹੁਤ ਜਲਦੀ ਇਸ ਸੰਸਾਰ ਤੋਂ ਚਲੇ ਗਏ। ਰੱਬ ਦੀ ਮਿਹਰ ਨਾਲ ਮੈਂ ਇੱਕ ਸੁੰਦਰ ਧੀ ਨੂੰ ਜਨਮ ਦਿੱਤਾ ਸੀ ਅਤੇ ਮੇਰੇ ਸਹੁਰੇ ਘਰ ਵਿੱਚ ਮੇਰਾ ਇੱਕ ਦਿਓਰ ਵੀ ਸੀ ਜੋ ਮੇਰੇ ਪਤੀ ਤੋਂ ਛੋਟਾ ਸੀ। ਇੱਕ ਬੱਚਾ ਹੋਣ ਤੋਂ ਬਾਅਦ ਮੇਰੇ ਕੋਈ ਔਲਾਦ ਨਹੀਂ ਹੋਈ ਅਤੇ ਮੇਰੇ ਵਿਆਹ ਦੇ 6 ਸਾਲ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ। ਮੇਰੇ ਪਤੀ ਦਾ ਇੱਕ ਭਰਾ ਸੀ, ਮੇਰਾ ਦਿਓਰ ਨਵੀਨ, ਜੋ ਮੈਨੂੰ ਹਮੇਸ਼ਾ ਆਪਣੀ ਮਾਂ ਵਾਂਗ ਸਮਝਦਾ ਸੀ ਕਿਉਂਕਿ ਮੇਰੇ ਪਤੀ ਦੇ ਮਾਤਾ-ਪਿਤਾ ਇਸ ਦੁਨੀਆ ਵਿੱਚ ਨਹੀਂ ਸਨ। ਵਿਆਹ ਤੋਂ ਬਾਅਦ ਮੈਂ ਆਪਣੇ ਦਿਓਰ ਦੀ ਬਹੁਤ ਇੱਜ਼ਤ ਅਤੇ ਖਿਆਲ ਰੱਖਿਆ। ਪਹਿਲਾਂ ਅਸੀਂ ਇੱਕ ਪਿੰਡ ਵਿੱਚ ਰਹਿੰਦੇ ਸੀ। ਆਂਢ ਗੁਆਂਢ ਦੇ ਲੋਕ ਸਾਨੂੰ ਬਹੁਤ ਤੰਗ ਕਰਦੇ ਸਨ। ਅਸੀਂ ਗਰੀਬ ਲੋਕ ਸੀ, ਇਸ ਲਈ ਅਸੀਂ ਆਪਣਾ ਇਲਾਕਾ ਇਸ ਤਰ੍ਹਾਂ ਨਹੀਂ ਛੱਡ ਸਕਦੇ ਸੀ। ਮੈਂ ਇੱਕ ਵਿਧਵਾ ਸੀ, ਇਸੇ ਲਈ ਲੋਕਾਂ ਨੇ ਮੈਨੂੰ ਤਾਨੇ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਦਰਅਸਲ ਇੱਕ ਵਾਰ ਮੇਰੇ ਗੁਆਂਢ ਵਿੱਚ ਰਹਿਣ ਵਾਲੀ ਬਿਮਲਾ ਭਾਬੀ ਨੇ ਮੇਰੇ ਉੱਤੇ ਆਪਣੇ ਪਤੀ ਨਾਲ ਅਫੇਅਰ ਹੋਣ ਦਾ ਦੋਸ਼ ਲਗਾਇਆ ਸੀ। ਮੈਂ ਬਹੁਤ ਸੋਹਣੀ ਸੀ, ਇਸ ਕਾਰਨ ਉਹ ਮੇਰੇ ਤੇ ਮੱਚਦੀ ਸੀ। ਮੇਰੇ ਨੇੜੇ ਦੇ ਘਰਾਂ ਦੇ ਗੁਆਂਢੀ ਵੀ ਮੇਰੀ ਬਹੁਤ ਤਾਰੀਫ ਕਰਦੇ ਸਨ। ਬਿਮਲਾ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ, ਇਸ ਲਈ ਉਹ ਮੈਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰਾ ਬਣਾਉਣ ਲਈ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਸੀ। ਉਸ ਸਮੇਂ ਮੇਰੀ ਧੀ ਬਹੁਤ ਛੋਟੀ ਸੀ ਅਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਸੀ। ਇਸ ਕਾਰਨ ਮੈਂ ਕੁਝ ਨਹੀਂ ਕਰ ਸਕੀ ਕਿਉਂਕਿ ਮੈਂ ਬਹੁਤ ਬੇਵੱਸ ਮਹਿਸੂਸ ਕਰ ਰਹੀ ਸੀ। ਉਹ ਮੇਰੇ ਤੇ ਹਰ ਤਰ੍ਹਾਂ ਦੇ ਇਲਜ਼ਾਮ ਲਗਾਉਂਦੀ ਸੀ ਜਿਸ ਨੂੰ ਪਿੰਡ ਦੇ ਲੋਕ ਸੱਚਾ ਸਮਝਦੇ ਸਨ ਅਤੇ ਮੈਨੂੰ ਚਰਿੱਤਰਹੀਣ ਕਹਿੰਦੇ ਸਨ। ਬਾਅਦ ਵਿੱਚ ਮੇਰੀ ਬੇਟੀ ਦਾ ਨਾਮ ਵੀ ਆਉਣ ਲੱਗਾ। ਜੇ ਉਹ ਇਸ ਤਰ੍ਹਾਂ ਦੀ ਹੈ ਤਾਂ ਉਸਦੀ ਧੀ ਵੱਡੀ ਹੋ ਕੇ ਕਿਹੋ ਜਿਹੀ ਹੋਵੇਗੀ। ਮੇਰੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਮੇਰਾ ਵਿਆਹ ਪਿੰਡ ਦੇ ਕਿਸੇ ਗਰੀਬ ਆਦਮੀ ਨਾਲ ਕਰ ਦੇਣਗੇ, ਪਰ ਮੈਂ ਇਹ ਨਹੀਂ ਚਾਹੁੰਦੀ ਸੀ ਕਿਉਂਕਿ ਮੇਰੀ ਧੀ ਬਹੁਤ ਛੋਟੀ ਸੀ। ਮੈਂ ਕੋਈ ਹੋਰ ਆਦਮੀ ਨਹੀਂ ਚਾਹੁੰਦੀ ਸੀ ਜੋ ਮੇਰੀ ਧੀ ਨੂੰ ਸਵੀਕਾਰ ਨਾ ਕਰ ਸਕੇ। ਮੈਂ ਅਜੇ ਆਦਮੀ ਨਾਲ ਵਿਆਹ ਨਹੀਂ ਕਰ ਸਕਦੀ ਸੀ। ਹੁਣ ਮੈਨੂੰ ਆਪਣੀ ਧੀ ਦੀ ਪਰਵਰਿਸ਼ ਦੀ ਚਿੰਤਾ ਸੀ। ਇਹ ਸਾਰੀਆਂ ਸਮੱਸਿਆਵਾਂ ਮੇਰੇ ਪਤੀ ਦੀ ਮੌਤ ਤੋਂ ਬਾਅਦ ਹੀ ਆਈਆਂ। ਬਿਮਲਾ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਦਿਓਰ ਨਾਲ ਵਿਆਹ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਉਹ ਮੇਰੇ ਤੋਂ ਬਹੁਤ ਛੋਟਾ ਸੀ। ਮੇਰਾ ਦਿਓਰ ਬਹੁਤ ਹੀ ਸਮਝਦਾਰ ਅਤੇ ਚੰਗਾ ਇਨਸਾਨ ਸੀ ਅਤੇ ਮੇਰੀ ਬਹੁਤ ਇੱਜ਼ਤ ਕਰਦਾ ਸੀ, ਪਰ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦੀ ਸੀ ਕਿਉਂਕਿ ਬਿਮਲਾ ਦੇ ਕਾਰਨ ਇਸ ਪਿੰਡ ਵਿੱਚ ਮੇਰੀ ਬਹੁਤ ਬੇਇੱਜ਼ਤੀ ਹੋ ਗਈ ਸੀ। ਇਸ ਲਈ ਮੈਂ ਇਸ ਪਿੰਡ ਵਿੱਚ ਰਹਿੰਦਿਆਂ ਕਦੇ ਵੀ ਖੁਸ਼ ਨਹੀਂ ਰਹਿ ਸਕਦੀ ਸੀ। ਇੱਕ ਦਿਨ ਗੱਲ ਬਹੁਤ ਵੱਧ ਗਈ। ਬਿਮਲਾ ਨੇ ਪੂਰੇ ਪਿੰਡ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਘਰ ਆਦਮੀਆਂ ਨੂੰ ਮਿਲਣ ਲਈ ਬੁਲਾਉਂਦੀ ਹਾਂ। ਜਦੋਂ ਮੇਰੇ ਦਿਓਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਹਿਣ ਲੱਗਾ, ਭਾਬੀ, ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ। ਅਸੀਂ ਇਹ ਘਰ ਛੱਡ ਕੇ ਕਿਤੇ ਚਲੇ ਜਾਂਦੇ ਹਾਂ। ਇੱਥੇ ਅਸੀਂ ਬਹੁਤ ਬਦਨਾਮ ਹੋ ਗਏ ਹਾਂ ਅਤੇ ਫਿਰ ਅਸੀਂ ਅਨੰਨਿਆ ਨੂੰ ਵੀ ਸੰਭਾਲਣਾ ਹੈ। ਉਹ ਇੱਕ ਕੁੜੀ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਹੁਣ ਤੋਂ ਹੀ ਕੋਈ ਸਾਡੀ ਅਨੰਨਿਆ ਬਾਰੇ ਬੁਰਾ ਭਲਿਆ ਅਤੇ ਬੁਰਾ ਬੋਲੇ ਅਤੇ ਉਹ ਬਚਪਨ ਤੋਂ ਹੀ ਬਦਨਾਮ ਹੋ ਜਾਵੇ। ਬਿਮਲਾ ਬਹੁਤ ਮਾੜੀ ਔਰਤ ਹੈ। ਇਸਨੇ ਤੈਨੂੰ ਸਾਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ ਹੈ। ਹੁਣ ਸਾਡਾ ਇੱਥੇ ਰਹਿਣਾ ਬਹੁਤ ਔਖਾ ਹੋ ਗਿਆ ਹੈ। ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ। ਅਸੀਂ ਇਹ ਘਰ ਛੱਡ ਕੇ ਕਿਤੇ ਹੋਰ ਰਹਿਣ ਜਾਵਾਂਗੇ। ਮੈਂ ਨਵੀਨ ਨੂੰ ਕਿਹਾ, ਪਰ ਇਹ ਤਾਂ ਸਾਡਾ ਆਪਣਾ ਘਰ ਹੈ, ਭਾਵੇਂ ਛੋਟਾ ਹੈ,
ਪਰ ਅਸੀਂ ਇਸ ਘਰ ਨੂੰ ਛੱਡ ਕੇ ਕਿੱਥੇ ਜਾ ਸਕਦੇ ਹਾਂ? ਨਵੀਨ ਨੇ ਕਿਹਾ ਕਿ ਭਾਬੀ ਜੀ, ਦੁਨੀਆ ਬਹੁਤ ਵੱਡੀ ਹੈ। ਅਸੀਂ ਕਿਤੇ ਵੀ ਇੱਜ਼ਤ ਨਾਲ ਰਹਿ ਸਕਦੇ ਹਾਂ, ਪਰ ਇੱਥੇ ਇੱਜ਼ਤ ਨਾਲ ਨਹੀਂ ਰਹਿ ਸਕਦੇ। ਮੇਰੇ ਦਿਓਰ ਨੇ ਕਿਹਾ, ਭਾਬੀ, ਮੈਂ ਆਪਣੀ ਭਤੀਜੀ ਨੂੰ ਅਤੇ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਹੁਣ ਮੇਰੇ ਲਈ ਦੁਨੀਆ ਵਿੱਚ ਸਿਰਫ ਤੁਸੀਂ ਦੋ ਹੀ ਰਹਿ ਗਏ ਹੋ। ਹੁਣ ਹਾਲਾਤ ਇਹ ਬਣ ਗਏ ਹਨ ਕਿ ਸਾਡਾ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਹੈ। ਹਰ ਕੋਈ ਤੁਹਾਨੂੰ ਮੈਲੀਆਂ ਨਜ਼ਰਾਂ ਨਾਲ ਦੇਖਦਾ ਹੈ ਅਤੇ ਹਰ ਕੋਈ ਮੇਰਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਪਮਾਨ ਕਰਦਾ ਰਹਿੰਦਾ ਹੈ। ਆਖਰ ਅਸੀਂ ਇਸ ਤਰ੍ਹਾਂ ਕਦੋਂ ਤੱਕ ਜੀ ਸਕਦੇ ਹਾਂ? ਬਿਮਲਾ ਨੇ ਮੈਨੂੰ ਪੂਰੇ ਪਿੰਡ ਵਿੱਚ ਚਰਿੱਤਰਹੀਣ ਸਾਬਤ ਕਰ ਦਿੱਤਾ ਸੀ। ਇੱਥੋਂ ਤੱਕ ਕੀ ਕਹਿ ਦਿੱਤਾ ਸੀ ਕਿ ਇਸ ਘਰ ਵਿੱਚ ਰਹਿੰਦਿਆਂ ਮੈਂ ਆਪਣੇ ਨਾਬਾਲਗ ਦਿਓਰ ਤੇ ਵੀ ਨਜ਼ਰ ਰੱਖਦੀ ਹਾਂ ਅਤੇ ਗੈਰ ਮਰਦਾਂ ਨਾਲ ਸੰਬੰਧ ਬਣਾਉਣ ਦੇ ਚੱਕਰ ਵਿੱਚ ਮੈਂ ਆਪਣੇ ਪਤੀ ਨੂੰ ਵੀ ਮਾਰ ਦਿੱਤਾ ਹੈ। ਮੇਰਾ ਆਪਣੇ ਪਤੀ ਨਾਲ ਪ੍ਰੇਮ ਵਿਆਹ ਸੀ ਅਤੇ ਮੇਰਾ ਪਤੀ ਮੈਨੂੰ ਸ਼ਹਿਰ ਤੋਂ ਭਜਾ ਕੇ ਆਪਣੇ ਪਿੰਡ ਲੈ ਆਇਆ ਸੀ। ਮੇਰੀ ਸੁੰਦਰਤਾ ਅਤੇ ਮੇਰੇ ਪ੍ਰੇਮ ਵਿਆਹ ਨੇ ਮੈਨੂੰ ਅਪਮਾਨ ਅਤੇ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਦਿੱਤਾ। ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਪਤੀ ਦੇ ਘਰ ਜਾਵਾਂਗੀ ਤਾਂ ਮੈਂ ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕਾਂਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਆਉਣ ਨਾਲ ਮੇਰੀ ਸ਼ਾਂਤੀ ਖਤਮ ਹੋਣ ਵਾਲੀ ਹੈ। ਬਿਮਲਾ ਵਰਗੀ ਔਰਤ ਮੇਰੀ ਜ਼ਿੰਦਗੀ 'ਚ ਖਲਨਾਇਕ ਦੀ ਭੂਮਿਕਾ ਨਿਭਾਵੇਗੀ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਮੈਂ ਆਪਣੀ ਬੇਟੀ ਤੇ ਬਹੁਤ ਸਖਤ ਹੋਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ 4 ਸਾਲ ਦੀ ਸੀ। ਹੁਣ ਮੇਰੀ ਧੀ 20 ਸਾਲ ਦੀ ਹੈ ਅਤੇ ਮੇਰਾ ਦਿਓਰ 35 ਸਾਲ ਦਾ ਹੋ ਗਿਆ ਹੈ। ਅਸੀਂ ਉਹ ਪਿੰਡ ਛੱਡ ਕੇ ਰਾਤ ਦੇ ਹਨੇਰੇ ਵਿੱਚ ਸ਼ਹਿਰ ਆ ਗਏ। ਮੇਰਾ ਪੇਕਾ ਘਰ ਸ਼ਹਿਰ ਵਿੱਚ ਹੀ ਸੀ। ਮੈਂ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਪਿਆਰੀ ਧੀ ਸੀ। ਮੇਰਾ ਪਤੀ ਕੰਮ ਕਰਨ ਲਈ ਪਿੰਡ ਤੋਂ ਸ਼ਹਿਰ ਆਉਂਦਾ ਸੀ ਅਤੇ ਉਦੋਂ ਹੀ ਮੇਰਾ ਉਸ ਨਾਲ ਅਫੇਅਰ ਹੋ ਗਿਆ ਸੀ। ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ ਅਤੇ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਮਾਪੇ ਕਦੇ ਵੀ ਆਪਣੀ ਪੜ੍ਹੀ ਲਿਖੀ ਧੀ ਦਾ ਵਿਆਹ ਪਿੰਡ ਦੇ ਗਵਾਰ ਨਾਲ ਨਹੀਂ ਕਰਨਗੇ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸ ਦੇ ਪੜ੍ਹੇ ਲਿਖੇ ਨਾ ਹੋਣ ਬਾਰੇ ਕਦੇ ਕੁਝ ਨਹੀਂ ਸੋਚਿਆ ਕਿਉਂਕਿ ਉਹ ਮੈਨੂੰ ਬਹੁਤ ਖੁਸ਼ ਰੱਖਦਾ ਸੀ। ਇਸ ਲਈ ਮੈਂ ਉਸ ਦੇ ਪਿਆਰ ਵਿੱਚ ਅੰਨੀ ਹੋ ਕੇ ਆਪਣੇ ਮਾਤਾ ਪਿਤਾ ਦਾ ਘਰ ਛੱਡ ਕੇ ਪਿੰਡ ਵਿੱਚ ਰਹਿਣ ਲੱਗ ਪਈ। ਕਿਉਂਕਿ ਮੇਰੇ ਪਤੀ ਦੇ ਕੋਈ ਮਾਪੇ ਨਹੀਂ ਸਨ, ਸਿਰਫ ਇੱਕ ਛੋਟਾ ਭਰਾ ਸੀ। ਇਸੇ ਕਰਕੇ ਵਿਆਹ ਤੋਂ ਬਾਅਦ ਮੈਨੂੰ ਸਹੁਰੇ ਘਰ ਵਿੱਚ ਕੋਈ ਮੁਸ਼ਕਲ ਨਹੀਂ ਆਈ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰਾ ਦਿਓਰ 9 ਸਾਲ ਦਾ ਸੀ ਅਤੇ ਹੁਣ ਜਦੋਂ ਅਸੀਂ ਸ਼ਹਿਰ ਆਏ ਤਾਂ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੇਰੇ ਦਿਓਰ ਨੇ ਕਿਰਾਏ ਤੇ ਮਕਾਨ ਲਿਆ ਸੀ। ਮੈਂ ਆਪਣੇ ਗਹਿਣੇ ਵੀ ਵੇਚ ਦਿੱਤੇ ਸਨ ਜੋ ਮੇਰੇ ਪਤੀ ਨੇ ਮੇਰੇ ਲਈ ਬਣਾਏ ਸਨ। ਇਸ ਤਰ੍ਹਾਂ ਹੀ ਅਸੀਂ ਆਪਣਾ ਗੁਜ਼ਾਰਾ ਚਲਾਉਂਦੇ ਸੀ। ਹੌਲੀ ਹੌਲੀ ਮੇਰੇ ਦਿਓਰ ਨੂੰ ਸ਼ਹਿਰ ਵਿੱਚ ਚੰਗਾ ਕੰਮ ਮਿਲ ਗਿਆ ਅਤੇ ਸਾਡੇ ਹਾਲਾਤ ਸੁਧਰਦੇ ਗਏ। ਹੁਣ ਮੇਰੀ ਧੀ ਜਵਾਨ ਹੋ ਗਈ ਹੈ। ਅਸੀਂ ਕਿਰਾਏ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਾਂ। ਮੇਰੀ ਧੀ ਸਿਲਾਈ ਵਿੱਚ ਬਹੁਤ ਚੰਗੀ ਹੈ ਅਤੇ ਉਸਨੇ ਘਰ ਵਿੱਚ ਇੱਕ ਸੈਂਟਰ ਖੋਲ੍ਹਿਆ ਹੋਇਆ ਹੈ ਅਤੇ ਮੇਰਾ ਦਿਓਰ ਲੋਕਾਂ ਦੇ ਘਰਾਂ ਨੂੰ ਪੇਂਟ ਕਰਦਾ ਹੈ। ਅਸੀਂ ਬਹੁਤ ਸਧਾਰਨ ਲੋਕ ਹਾਂ ਅਤੇ ਸ਼ਹਿਰ ਆ ਕੇ ਸਾਡਾ ਗੁਜ਼ਾਰਾ ਆਰਾਮ ਨਾਲ ਚੱਲ ਰਿਹਾ ਸੀ। ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮੈਨੂੰ ਅਕਸਰ ਬੇਚੈਨੀ ਮਹਿਸੂਸ ਹੁੰਦੀ ਸੀ, ਪਰ ਫਿਰ ਮੈਂ ਆਪਣੇ ਆਪ ਨੂੰ ਹੌਸਲਾ ਦਿੰਦੀ ਸੀ। ਮੇਰੇ ਦਿਓਰ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਉਹ ਵੀ ਮੇਰੀ ਧੀ ਨੂੰ ਬਹੁਤ ਪਿਆਰ ਕਰਦੇ ਸਨ। ਬਚਪਨ ਤੋਂ ਹੀ ਮੇਰੀ ਬੇਟੀ ਨੇ ਆਪਣੇ ਚਾਚੇ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦੇਖਿਆ ਸੀ। ਜਦੋਂ ਵੀ ਮੈਂ ਚਾਚੇ ਭਤੀਜੀ ਦਾ ਪਿਆਰ ਦੇਖਦੀ, ਮੇਰਾ ਮਨ ਬਹੁਤ ਖੁਸ਼ ਹੋ ਜਾਂਦਾ। ਇੰਨੇ ਸਾਲਾਂ ਤੋਂ ਅਸੀਂ ਇਕੱਲੇ ਹੀ ਰਹੇ ਸੀ। ਸ਼ਹਿਰ ਆਉਣ ਤੋਂ ਬਾਅਦ ਮੈਂ ਨਾ ਤਾਂ ਆਪਣੇ ਗੁਆਂਢੀਆਂ ਨਾਲ ਜ਼ਿਆਦਾ ਗੱਲਬਾਤ ਕੀਤੀ ਅਤੇ ਨਾ ਹੀ ਮੈਂ ਆਪਣੀ ਧੀ ਨੂੰ ਜ਼ਿਆਦਾ ਬਾਹਰ ਜਾਣ ਦਿੱਤਾ। ਹੁਣ ਉਹ ਸਿਰਫ ਆਪਣੇ ਕਾਲਜ ਲਈ ਜਾਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਂਦੀ ਸੀ। ਕੁੜੀਆਂ ਸਿਲਾਈ ਸਿੱਖਣ ਲਈ ਘਰ ਆਉਂਦੀਆਂ ਸਨ। ਮੈਂ ਆਪਣੀ ਧੀ ਨੂੰ ਬਹੁਤ ਸਮਝਾਇਆ ਕਿ ਇਹ ਦੁਨੀਆ ਬਹੁਤ ਮਾੜੀ ਹੈ। ਇੱਥੇ ਪਿਆਰ ਦੇ ਨਾਂ ਤੇ ਧੋਖਾ ਮਿਲਦਾ ਹੈ। ਮੇਰਾ ਦਿਓਰ ਹਮੇਸ਼ਾ ਆਪਣੀ ਭਤੀਜੀ ਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਦਿਓਰ ਦਾ ਕੱਦ ਅਤੇ ਸਿਹਤ ਇੰਨੀ ਚੰਗੀ ਸੀ ਕਿ ਇੰਨੀ ਉਮਰ ਦੇ ਬਾਵਜੂਦ ਉਹ ਜਵਾਨ ਲੱਗਦਾ ਸੀ। ਜਦੋਂ ਵੀ ਮੈਂ ਨਵੀਨ ਨੂੰ ਵਿਆਹ ਕਰਨ ਲਈ ਕਹਿੰਦੀ ਤਾਂ ਉਹ ਵਿਆਹ ਕਰਨ ਤੋਂ ਇਨਕਾਰ ਕਰ ਦਿੰਦਾ ਸੀ।
ਉਹ ਕਹਿੰਦਾ ਸੀ ਕਿ ਪਹਿਲਾਂ ਮੈਂ ਅਨੰਨਿਆ ਦਾ ਵਿਆਹ ਕਰਾਂਗਾ, ਫਿਰ ਆਪਣਾ ਵਿਆਹ ਕਰਾਵਾਂਗਾ। ਮੈਂ ਉਸ ਨੂੰ ਕਹਿੰਦੀ ਸੀ, ਨਵੀਨ, ਉਦੋਂ ਤੱਕ ਤੂੰ ਬੁੱਢਾ ਹੋ ਜਾਵੇਂਗਾ। ਪਰ ਉਹ ਕਹਿੰਦਾ, ਮੈਨੂੰ ਆਪਣੀ ਉਮਰ ਦੀ ਪਰਵਾਹ ਨਹੀਂ। ਮੈਂ ਆਪਣੇ ਦਿਓਰ ਵੱਲੋਂ ਹਮੇਸ਼ਾ ਬੇਪਰਵਾਹ ਰਹਿੰਦੀ ਸੀ। ਉਹ ਮੇਰੀ ਧੀ ਦਾ ਬਹੁਤ ਖਿਆਲ ਰੱਖਦਾ ਸੀ ਤੇ ਮੇਰੀ ਧੀ ਨਾਲ ਦੋਸਤ ਵਾਂਗ ਰਹਿੰਦਾ ਸੀ। ਮੇਰੇ ਦਿਓਰ ਨੇ ਕਦੇ ਪੜ੍ਹਾਈ ਨਹੀਂ ਕੀਤੀ ਸੀ, ਪਰ ਸ਼ਹਿਰ ਆ ਕੇ ਉਸਨੇ ਆਪਣੀ ਕਮਾਈ ਨਾਲ ਮੇਰੀ ਧੀ ਨੂੰ ਪੜ੍ਹਾਇਆ ਲਿਖਾਇਆ ਅਤੇ ਉਸ ਤੋਂ ਬਾਅਦ ਜਦੋਂ ਮੇਰੀ ਧੀ ਵੱਡੀ ਹੋਈ ਤਾਂ ਉਸਨੇ ਆਪਣੇ ਚਾਚੇ ਨੂੰ ਟਿਊਸ਼ਨ ਦਿੱਤੀ, ਜਿਸ ਕਾਰਨ ਮੇਰੇ ਦਿਓਰ ਨੇ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਸੀ। ਮੈਂ ਇਹਨਾਂ ਦੋਹਾਂ ਦਾ ਪਿਆਰ ਦੇਖ ਕੇ ਬਹੁਤ ਖੁਸ਼ ਹੁੰਦੀ ਸੀ, ਪਰ ਫਿਰ ਕੁਝ ਅਜੀਬ ਹੋਣ ਲੱਗਾ। ਇੰਨਾ ਅਜੀਬ ਕਿ ਹੈਰਾਨ ਅਤੇ ਚਿੰਤਤ ਮਹਿਸੂਸ ਕਰਨ ਲੱਗੀ। ਮੇਰੀ ਧੀ ਹਮੇਸ਼ਾ ਮੇਰੇ ਹੱਥੋਂ ਖਾਣਾ ਖਾਂਦੀ ਸੀ, ਪਰ ਕੁਝ ਦਿਨਾਂ ਤੋਂ ਉਹ ਜਿੱਦ ਕਰ ਰਹੀ ਸੀ ਕਿ ਜੇ ਉਹ ਰੋਟੀ ਖਾਵੇਗੀ ਤਾਂ ਚਾਚੇ ਦੇ ਹੱਥੋਂ ਹੀ ਖਾਵੇਗੀ। ਮੈਂ ਆਪਣੀ ਧੀ ਨੂੰ ਸਮਝਾਇਆ ਕਿ ਤੇਰਾ ਚਾਚਾ ਸੌਂ ਗਿਆ ਹੈ, ਉਸ ਨੇ ਸਵੇਰੇ ਕੰਮ ਤੇ ਵੀ ਜਾਣਾ ਹੁੰਦਾ ਹੈ, ਜਿਸ ਕਰਕੇ ਉਹ ਜਲਦੀ ਉੱਠਦਾ ਹੈ। ਤੁਸੀਂ ਖਾਣਾ ਖਾਓ ਅਤੇ ਸੌਂ ਜਾਓ। ਪਰ ਉਸਨੇ ਕਿਹਾ ਕਿ ਤੁਸੀਂ ਮੇਰੇ ਚਾਚੇ ਨੂੰ ਬੁਲਾਓ, ਮੈਂ ਆਪਣੇ ਚਾਚੇ ਦੇ ਹੱਥੋਂ ਹੀ ਖਾਵਾਂਗੀ। ਮੈਨੂੰ ਉਸ ਦੀਆਂ ਗੱਲਾਂ ਤੇ ਗੁੱਸਾ ਆ ਗਿਆ। ਮੈਂ ਉਸ ਨੂੰ ਪੁੱਛਿਆ, ਇਹ ਕੀ ਹੈ? ਤੁਸੀਂ ਛੋਟੇ ਬੱਚਿਆਂ ਵਾਂਗ ਜਿੱਦੀ ਕਿਉਂ ਹੋ? ਕੁਝ ਹੀ ਦੇਰ ਵਿੱਚ ਮੇਰੀ ਉੱਚੀ ਆਵਾਜ਼ ਸੁਣ ਕੇ ਮੇਰਾ ਦਿਓਰ ਨਵੀਨ ਵੀ ਅਨੰਨਿਆ ਦੇ ਕਮਰੇ ਵਿੱਚ ਆ ਗਿਆ। ਸ਼ਾਇਦ ਮੇਰੀ ਉੱਚੀ ਆਵਾਜ਼ ਨੇ ਉਸ ਨੂੰ ਜਗਾ ਦਿੱਤਾ ਸੀ। ਉਸ ਨੇ ਕਿਹਾ, ਭਾਬੀ, ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਮੈਂ ਉਸ ਨੂੰ ਕਿਹਾ ਕਿ ਉਹ ਜਿੱਦ ਕਰ ਰਹੀ ਸੀ ਕਿ ਉਸਨੇ ਤੁਹਾਡੇ ਹੱਥ ਤੋਂ ਖਾਣਾ ਹੀ ਖਾਣਾ ਹੈ। ਮੇਰੀ ਇਹ ਗੱਲ ਸੁਣ ਕੇ ਨਵੀਨ ਹੱਸਣ ਲੱਗ ਪਿਆ ਤੇ ਬੋਲਿਆ, ਇਹ ਇੰਨੀ ਸਧਾਰਨ ਗੱਲ ਹੈ, ਕੋਈ ਗੱਲ ਨਹੀਂ, ਮੈਂ ਅਨੰਨਿਆ ਨੂੰ ਆਪਣੇ ਹੱਥਾਂ ਨਾਲ ਖਵਾਵਾਂਗਾ। ਅਨੰਨਿਆ ਨੇ ਨਵੀਨ ਦੇ ਹੱਥ ਦਾ ਖਾਣਾ ਖਾ ਲਿਆ ਅਤੇ ਨਵੀਨ ਕਰੀਬ 1 ਘੰਟੇ ਤੱਕ ਅਨੰਨਿਆ ਦੇ ਕਮਰੇ ਵਿੱਚ ਬੈਠਾ ਰਿਹਾ। ਰਾਤ ਦੇ 11 ਵੱਜ ਚੁੱਕੇ ਸਨ। ਮੈਂ ਕਿਹਾ, ਤੁਸੀਂ ਉਸ ਨੂੰ ਖਾਣਾ ਖਵਾਉਂਦੇ ਖਵਾਉਂਦੇ ਪੂਰਾ ਘੰਟਾ ਲਾ ਦਿੱਤਾ। ਤੁਸੀਂ ਸਵੇਰੇ ਜਲਦੀ ਜਾਗਦੇ ਹੋ। ਜੇ ਤੁਸੀਂ ਇੰਨੀ ਦੇਰ ਤੱਕ ਜਾਗਦੇ ਰਹੋਗੇ ਤਾਂ ਤੁਹਾਡੀ ਸਵੇਰੇ ਅੱਖ ਕਿਵੇਂ ਖੁੱਲੇਗੀ? ਤਾਂ ਉਹ ਕਹਿਣ ਲੱਗਾ, ਭਾਬੀ, ਅਸੀਂ ਚਾਚਾ ਭਤੀਜੀ ਗੱਲਾਂ ਕਰ ਰਹੇ ਸੀ, ਬਸ ਗੱਲ ਕਰਨ ਵਿੱਚ ਕੁਝ ਸਮਾਂ ਲੱਗ ਗਿਆ। ਮੈਂ ਨਵੀਨ ਨੂੰ ਕਿਹਾ ਕਿ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰਿਆ ਕਰੋ, ਜਲਦੀ ਸੌਂ ਜਾਇਆ ਕਰੋ। ਮੈਂ ਬਹੁਤ ਹੈਰਾਨ ਹੋਈ ਕਿ ਅਚਾਨਕ ਅਨੰਨਿਆ ਇੰਨੀ ਜਿੱਦ ਕਿਉਂ ਕਰਨ ਲੱਗੀ ਸੀ ਕਿ ਉਸਨੇ ਆਪਣੇ ਚਾਚੇ ਦੇ ਹੱਥੋਂ ਖਾਣਾ ਹੀ ਖਾਣਾ ਹੈ। ਫਿਲਹਾਲ ਇਹ ਮਾਮਲਾ ਕਈ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਹੁਣ ਇਹ ਇੱਕ ਦਿਨ ਦੀ ਗੱਲ ਨਹੀਂ ਸੀ। ਹੁਣ ਅਨੰਨਿਆ ਰੋਜ਼ਾਨਾ ਇਹੀ ਕੰਮ ਕਰਨ ਲੱਗ ਪਈ ਸੀ ਕਿ ਉਹ ਆਪਣੇ ਚਾਚੇ ਦੇ ਹੱਥ ਤੋਂ ਖਾਣਾ ਖਾਵੇਗੀ ਅਤੇ ਨਵੀਨ ਉਸ ਨੂੰ ਖਾਣ ਦੇ ਬਹਾਨੇ 2-3 ਘੰਟੇ ਤੋਂ ਪਹਿਲਾਂ ਉਸਦੇ ਕਮਰੇ ਤੋਂ ਬਾਹਰ ਨਹੀਂ ਆਉਂਦਾ ਸੀ। ਮੈਂ ਸੋਚਿਆ ਕਿ ਇਹ ਸ਼ਾਇਦ ਦੋਵੇਂ ਇਕੱਠੇ ਟੀਵੀ ਦੇਖਦੇ ਹੋਣਗੇ, ਜਿਸ ਵਿੱਚ ਉਹ ਰੁੱਝੇ ਰਹਿੰਦੇ ਹੋਣਗੇ। ਪਰ ਜਦੋਂ ਮੈਂ ਇੱਕ ਦਿਨ ਜਾ ਕੇ ਜਾਂਚ ਕੀਤੀ ਤਾਂ ਅਜਿਹਾ ਕੁਝ ਨਹੀਂ ਸੀ। ਉਹ ਦੋਵੇਂ ਕਮਰੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਸਨ। ਇੱਕ ਦਿਨ 2.5 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਸੀ ਅਤੇ ਮੈਨੂੰ ਗੁੱਸਾ ਆ ਰਿਹਾ ਸੀ ਕਿ ਇਹ ਵੀ ਗੱਲ ਕਰਨ ਦਾ ਕੋਈ ਸਮਾਂ ਹੈ। ਆਖਿਰ ਰਾਤ ਦੇ 2 ਵਜੇ ਤੱਕ ਕੌਣ ਇੰਨੀ ਗੱਲ ਕਰਦਾ ਹੈ? ਜਿਵੇਂ ਹੀ ਮੈਂ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਮੈਂ ਜ਼ੋਰ ਨਾਲ ਦਰਵਾਜ਼ਾ ਖੜਕਾਉਣ ਲੱਗੀ ਅਤੇ ਦਰਵਾਜ਼ਾ ਖੁੱਲ੍ਹ ਗਿਆ। ਇਸ ਵਿੱਚ 10 ਮਿੰਟ ਲੱਗ ਗਏ। ਮੈਂ ਕਿਹਾ ਕਿ ਇਹ ਦਰਵਾਜ਼ਾ ਅੰਦਰੋਂ ਕਿਉਂ ਬੰਦ ਸੀ ਅਤੇ ਫਿਰ ਮੈਂ ਕਿੰਨੀ ਦੇਰ ਤੱਕ ਦਰਵਾਜ਼ੇ ਨੂੰ ਖੜਕਾ ਰਹੀ ਹਾਂ ਕਿ ਦਰਵਾਜ਼ਾ ਖੋਲ੍ਹਣ ਲਈ ਇੰਨਾ ਸਮਾਂ ਲੱਗਦਾ ਹੈ। ਤੁਸੀਂ ਦੋਵੇਂ ਦਰਵਾਜ਼ਾ ਬੰਦ ਕਰਕੇ ਅੰਦਰ ਕੀ ਕਰ ਰਹੇ ਹੋ? ਕੀ ਇਹ ਵੀ ਕੋਈ ਤਰੀਕਾ ਹੈ? ਨਵੀਨ ਨੇ ਕਿਹਾ, ਭਾਬੀ, ਸ਼ਾਇਦ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਹੈ। ਅਸੀਂ ਟੀਵੀ ਦੇਖ ਰਹੇ ਸੀ, ਇਸ ਲਈ ਸਾਨੂੰ ਆਵਾਜ਼ ਸੁਣਾਈ ਨਹੀਂ ਦਿੱਤੀ। ਮੈਂ ਕਿਹਾ, ਤੁਸੀਂ ਲੋਕ ਰਾਤ ਨੂੰ 3 ਵਜੇ ਟੀਵੀ ਦੇਖ ਰਹੇ ਹੋ, ਕੀ ਇਹ ਵੀ ਟੀਵੀ ਦੇਖਣ ਦਾ ਸਮਾਂ ਹੈ? ਇਸ ਤੋਂ ਇਲਾਵਾ ਤੁਸੀਂ ਲੋਕ ਕਿਸੇ VIP ਘਰ ਵਿੱਚ ਨਹੀਂ ਰਹਿੰਦੇ ਜਿੱਥੇ ਆਟੋਮੈਟਿਕ ਤਾਲੇ ਹੋਣਗੇ। ਇਹ ਕੋਈ ਆਟੋਮੈਟਿਕ ਦਰਵਾਜ਼ਾ ਨਹੀਂ ਹੈ ਜਿਸ ਦੀ ਕੁੰਡੀ ਆਪਣੇ ਆਪ ਲੌਕ ਹੋ ਜਾਵੇਗੀ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾਓ ਅਤੇ ਭਵਿੱਖ ਵਿੱਚ ਅਜਿਹੀ ਹਰਕਤ ਨਾ ਕਰਿਓ। ਮੈਂ ਆਪਣੀ ਧੀ ਨੂੰ ਵੀ ਝਿੜਕਿਆ। ਮੇਰੀ ਧੀ ਆਪਣੀ ਪੜ੍ਹਾਈ ਪੂਰੀ ਕਰਨ ਵਾਲੀ ਸੀ, ਹੁਣ ਉਹ ਵਿਆਹ ਵਾਲੀ ਉਮਰ ਦੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਕਿਸੇ ਗਲਤ ਕੰਮ ਵਿੱਚ ਫਸੇ ਅਤੇ ਇਸ ਲਈ ਮੈਂ ਜਲਦੀ ਤੋਂ ਜਲਦੀ ਉਸ ਦਾ ਵਿਆਹ ਕਰਨਾ ਚਾਹੁੰਦੀ ਸੀ, ਜਦਕਿ ਮੇਰਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ।
ਮੈਂ ਇੱਕ ਰਿਸ਼ਤੇ ਵਾਲੀ ਨੂੰ ਦੱਸਿਆ ਹੋਇਆ ਸੀ ਅਤੇ ਉਹ ਮੇਰੀ ਧੀ ਲਈ ਵਧੀਆ ਰਿਸ਼ਤਾ ਲੈ ਕੇ ਆਈ ਸੀ ਅਤੇ ਮੁੰਡੇ ਦੀ ਮਾਂ ਨੂੰ ਵੀ ਨਾਲ ਲੈ ਕੇ ਆਈ ਸੀ। ਮੁੰਡੇ ਦੀ ਮਾਂ ਨੇ ਮੇਰੀ ਧੀ ਨੂੰ ਦੇਖਿਆ ਅਤੇ 2-3 ਸਵਾਲ ਪੁੱਛੇ। ਇਸ ਤੋਂ ਬਾਅਦ ਮੈਂ ਆਪਣੀ ਧੀ ਨੂੰ ਕਮਰੇ ਵਿੱਚ ਭੇਜ ਦਿੱਤਾ। ਮੇਰਾ ਦਿਓਰ ਕੰਮ ਤੇ ਗਿਆ ਹੋਇਆ ਸੀ, ਪਰ ਪਤਾ ਨਹੀਂ ਕਿਵੇਂ ਉਹ ਕੰਮ ਛੱਡ ਕੇ ਘਰ ਆ ਗਿਆ ਅਤੇ ਘਰ ਆਉਂਦਿਆਂ ਹੀ ਉਸਨੇ ਲੜਕੇ ਵਾਲਿਆਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਲੜਕੀ ਚੰਗੀ ਨਹੀਂ ਹੈ, ਨਾ ਹੀ ਉਸਨੇ ਤੁਹਾਡੇ ਲਈ ਨਾਸ਼ਤਾ ਬਣਾਇਆ ਹੈ। ਇਹ ਸਾਰਾ ਨਾਸ਼ਤਾ ਬਾਜ਼ਾਰ ਤੋਂ ਆਇਆ ਹੈ, ਇਸ ਨੂੰ ਕੁਝ ਨਹੀਂ ਆਉਂਦਾ ਅਤੇ ਉਹ ਲੜਕੀ ਪੂਰੀ ਤਰ੍ਹਾਂ ਅਨਪੜ੍ਹ ਹੈ ਅਤੇ ਉਸ ਨੇ ਕਿਹਾ ਕਿ ਇਹ ਲੜਕੀ ਹਰ ਕਿਸੇ ਨਾਲ ਲੜਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਅਧਿਆਪਕ ਦਾ ਸਿਰ ਫੋੜ ਕੇ ਆਈ ਹੈ। ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਸਾਡੇ ਘਰ ਪੁਲਿਸ ਵੀ ਆਈ ਹੈ। ਕਿਸੇ ਤਰ੍ਹਾਂ ਅਸੀਂ ਇਸ ਕੇਸ ਨੂੰ ਬੰਦ ਕਰ ਦਿੱਤਾ। ਉਹ ਔਰਤ ਮੇਰੇ ਦਿਓਰ ਵੱਲ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਅਤੇ ਵਾਰ-ਵਾਰ ਮੇਰੇ ਵੱਲ ਵੀ ਦੇਖ ਰਹੀ ਸੀ। ਮੈਂ ਬਹੁਤ ਪਰੇਸ਼ਾਨ ਸੀ ਅਤੇ ਸੋਚ ਰਹੀ ਸੀ ਕਿ ਨਵੀਨ ਕਿਸ ਤਰ੍ਹਾਂ ਦਾ ਡਰਾਮਾ ਰਚ ਰਿਹਾ ਸੀ ਅਤੇ ਉਹ ਜੋ ਕਹਿ ਰਿਹਾ ਸੀ ਇਸ ਵਿੱਚ ਕੋਈ ਸੱਚਾਈ ਨਹੀਂ ਸੀ। ਉਸ ਨੂੰ ਵੀ ਇਹ ਪਤਾ ਸੀ ਕਿ ਉਹ ਝੂਠ ਬੋਲ ਰਿਹਾ ਹੈ। ਪਤਾ ਨਹੀਂ ਉਹ ਲੜਕੇ ਵਾਲਿਆਂ ਨਾਲ ਝੂਠ ਕਿਉਂ ਬੋਲ ਰਿਹਾ ਸੀ। ਮੇਰੀ ਧੀ ਨੇ ਕਦੇ ਕਿਸੇ ਅਧਿਆਪਕ ਨੂੰ ਨਹੀਂ ਮਾਰਿਆ ਸੀ ਅਤੇ ਸਕੂਲ ਵਿੱਚ ਕਦੇ ਕਿਸੇ ਨਾਲ ਦੁਰਵਿਹਾਰ ਵੀ ਨਹੀਂ ਕੀਤਾ ਸੀ। ਮੈਨੂੰ ਨਵੀਨ ਤੇ ਅਜਿਹਾ ਉਮੀਦ ਬਿਲਕੁਲ ਨਹੀਂ ਸੀ। ਪਤਾ ਨਹੀਂ ਇਸ ਮੁੰਡੇ ਨੂੰ ਕੀ ਹੋ ਗਿਆ ਸੀ। ਮੈਂ ਆਪ ਵੀ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਕੋਈ ਨਸ਼ਾ ਕਰਕੇ ਤਾਂ ਨਹੀਂ ਆਇਆ ਸੀ। ਤਾਂ ਲੜਕੇ ਦੀ ਮਾਂ ਕਹਿਣ ਲੱਗੀ ਕਿ ਸਾਨੂੰ ਅਜਿਹੀ ਬਦਮਾਸ਼ ਕੁੜੀ ਨਾਲ ਰਿਸ਼ਤਾ ਨਹੀਂ ਕਰਨਾ ਚਾਹੀਦਾ ਅਤੇ ਉਹ ਬਹੁਤ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਕਹਿ ਕੇ ਸਾਡੇ ਘਰੋਂ ਚਲੀ ਗਈ। ਜਿਵੇਂ ਹੀ ਉਹ ਚਲੇ ਗਈ, ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਮੈਂ ਨਵੀਨ ਨੂੰ ਪੁੱਛਿਆ ਕਿ ਉਸਨੇ ਇਹ ਸਭ ਕਿਉਂ ਕੀਤਾ ਤਾਂ ਨਵੀਨ ਨੇ ਕਿਹਾ, ਭਾਬੀ ਤੁਸੀਂ ਇਹਨਾਂ ਲੋਕਾਂ ਦੇ ਚਿਹਰੇ ਦੇਖੇ ਸਨ, ਇਹ ਲੋਕ ਬਿਲਕੁਲ ਵੀ ਚੰਗੇ ਸੁਭਾਅ ਵਾਲੇ ਨਹੀਂ ਸਨ। ਮੈਂ ਆਪਣੀ ਇਕਲੌਤੀ ਭਤੀਜੀ ਦਾ ਵਿਆਹ ਇਹਨਾਂ ਲੋਕਾਂ ਦੇ ਘਰ ਨਹੀਂ ਕਰਾਂਗਾ। ਮੈਨੂੰ ਉਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ। ਤੁਸੀਂ ਦੇਖਿਆ ਕਿ ਸਾਡੀ ਅਨੰਨਿਆ ਕਿੰਨੀ ਸੁੰਦਰ ਅਤੇ ਜਵਾਨ ਹੈ, ਜਦੋਂ ਕਿ ਉਹਨਾਂ ਦਾ ਪੁੱਤਰ ਇੰਨੀ ਵੱਡੀ ਉਮਰ ਦਾ ਲੱਗ ਰਿਹਾ ਸੀ। ਮੈਨੂੰ ਇਹ ਲੜਕਾ ਬਿਲਕੁਲ ਵੀ ਪਸੰਦ ਨਹੀਂ ਸੀ, ਇਸ ਲਈ ਮੈਂ ਅਜਿਹਾ ਕਿਹਾ। ਮੈਂ ਨਵੀਨ ਨੂੰ ਕਿਹਾ, ਪਾਗਲ ਮੁੰਡਾ, ਤੂੰ ਮੈਨੂੰ ਵੀ ਇੱਕ ਵਾਰ ਪੁੱਛ ਸਕਦਾ ਸੀ, ਤੈਨੂੰ ਅਜਿਹਾ ਡਰਾਮਾ ਰਚਣ ਦੀ ਕੀ ਲੋੜ ਸੀ। ਤੁਸੀਂ ਉਹਨਾਂ ਲੋਕਾਂ ਨੂੰ ਮਾੜਾ ਨਹੀਂ ਬੋਲਿਆ, ਸਗੋਂ ਉਹਨਾਂ ਦੇ ਸਾਹਮਣੇ ਆਪਣੀ ਹੀ ਭਤੀਜੀ ਦੀ ਬੇਇੱਜ਼ਤੀ ਕੀਤੀ ਹੈ। ਹੁਣ ਦੇਖੋ, ਜੇ ਇਹ ਲੋਕ ਕਿਤੇ ਹੋਰ ਜਾ ਕੇ ਸਾਡੀ ਧੀ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਸਾਡੇ ਘਰ ਰਿਸ਼ਤੇ ਨਹੀਂ ਆਉਣਗੇ। ਨਵੀਨ ਕਹਿਣ ਲੱਗਾ ਕਿ ਅਜਿਹਾ ਕੁਝ ਨਹੀਂ ਹੋਵੇਗਾ ਭਾਬੀ, ਜਿਵੇਂ ਤੁਸੀਂ ਸੋਚ ਰਹੇ ਹੋ। ਮੈਂ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਅਜੇ ਮਾੜੇ ਲੋਕ ਦੁਬਾਰਾ ਸਾਡੇ ਘਰ ਰਿਸ਼ਤਾ ਲੈ ਕੇ ਨਾ ਆਉਣ ਅਤੇ ਤੁਸੀਂ ਉਹਨਾਂ ਲੋਕਾਂ ਨੂੰ ਇੰਨਾ ਪਸੰਦ ਕਰ ਰਹੇ ਸੀ। ਬਸ ਉਹਨਾਂ ਦੇ ਘਰ ਅਤੇ ਜਾਇਦਾਦ ਨੂੰ ਦੇਖ ਕੇ ਸਾਡੀ ਅਨੰਨਿਆ ਕਿੰਨੀ ਸੋਹਣੀ ਅਤੇ ਪਿਆਰੀ ਹੈ ਅਤੇ ਉਸ ਮੁੰਡੇ ਦੀ ਨਜ਼ਰ ਤੋਂ ਹੀ ਇੰਜ ਲੱਗਦਾ ਸੀ ਜਿਵੇਂ ਉਹ ਇੱਕ ਅਵਾਰਾ ਲੜਕਾ ਹੋਵੇ। ਤੁਸੀਂ ਉਸ ਦੀ ਮਾਂ ਨੂੰ ਦੇਖਿਆ, ਉਹ ਕਿੰਨੀ ਹੁਸ਼ਿਆਰ ਔਰਤ ਲੱਗ ਰਹੀ ਸੀ। ਮੈਂ ਆਪਣੀ ਅਨੰਨਿਆ ਨੂੰ ਅਜੇ ਕਿਸੇ ਲੜਕੇ ਦੇ ਹਵਾਲੇ ਨਹੀਂ ਕਰਨਾ ਚਾਹੁੰਦਾ। ਮੈਨੂੰ ਨਵੀਨ ਦੀਆਂ ਹਰਕਤਾਂ ਤੇ ਬਹੁਤ ਗੁੱਸਾ ਆਇਆ, ਪਰ ਹੁਣ ਜੋ ਕੁਝ ਹੋ ਗਿਆ ਸੀ ਉਸ ਤੋਂ ਬਾਅਦ ਉਹਨਾਂ ਲੋਕਾਂ ਨਾਲ ਦੁਬਾਰਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ। ਜੇ ਮੈਂ ਕਹਿੰਦੀ ਕਿ ਮੇਰਾ ਦਿਓਰ ਮਜ਼ਾਕ ਕਰ ਰਿਹਾ ਸੀ, ਫਿਰ ਵੀ ਉਹ ਮੇਰੀ ਗੱਲ ਨਹੀਂ ਸੁਣਦੇ। ਸ਼ਾਮ ਨੂੰ ਨਵੀਨ ਤੇ ਅਨੰਨਿਆ ਵਿਹੜੇ ਵਿੱਚ ਬੈਠੇ ਸਮੋਸੇ ਖਾ ਰਹੇ ਸਨ ਤੇ ਖੁੱਲ੍ਹ ਕੇ ਹੱਸ ਰਹੇ ਸਨ, ਜਦੋਂ ਕਿ ਮੈਂ ਬਹੁਤ ਖਰਾਬ ਮੂਡ ਵਿੱਚ ਸੀ। ਮੈਨੂੰ ਨਹੀਂ ਪਤਾ ਕਿ ਉਹ ਕਿਸ ਗੱਲ ਤੋਂ ਖੁਸ਼ ਸੀ। ਇੱਕ ਦਿਨ ਮੈਂ ਆਪਣੀ ਧੀ ਦਾ ਕਮਰਾ ਸਾਫ਼ ਕਰ ਰਹੀ ਸੀ ਅਤੇ ਉਹ ਆਪਣੇ ਕਾਲਜ ਦੀ ਪ੍ਰੀਖਿਆ ਦੇਣ ਗਈ ਸੀ ਤਾਂ ਉਸਦਾ ਮੋਬਾਈਲ ਘਰ ਵਿੱਚ ਹੀ ਰਹਿ ਗਿਆ। ਮੈਂ ਉਸਦਾ ਕਮਰਾ ਖੁਦ ਸਾਫ਼ ਕਰ ਰਹੀ ਸੀ। ਫਿਰ ਅਚਾਨਕ ਅਨੰਨਿਆ ਦੇ ਮੋਬਾਈਲ ਤੇ ਕਿਸੇ ਦਾ ਕਾਲ ਆਉਣਾ ਸ਼ੁਰੂ ਹੋ ਗਿਆ। ਜਦੋਂ ਮੈਂ ਕਾਲ ਚੁੱਕੀ ਤਾਂ ਅਨੰਨਿਆ ਦੀ ਕਾਲਜ ਦੀ ਸਹੇਲੀ ਬੋਲ ਰਹੀ ਸੀ। ਉਹ ਕਹਿਣ ਲੱਗੀ, ਆਂਟੀ ਹੁਣ ਅਨੰਨਿਆ ਦੀ ਸਿਹਤ ਕਿਵੇਂ ਹੈ? ਅਨੰਨਿਆ ਨੇ ਕਾਲਜ 'ਚ ਅਰਜ਼ੀ ਲਈ ਅਪਲਾਈ ਕੀਤਾ ਹੈ ਅਤੇ ਦੱਸਿਆ ਸੀ ਕਿ ਉਹ ਠੀਕ ਨਹੀਂ ਹੈ, ਇਸ ਲਈ ਉਸ ਨੂੰ 2 ਦਿਨ ਦੀ ਛੁੱਟੀ ਚਾਹੀਦੀ ਹੈ। ਮੈਂ ਉਸ ਨੂੰ ਦੱਸਿਆ ਕਿ ਅਨੰਨਿਆ ਕਾਲਜ ਗਈ ਹੋਈ ਹੈ, ਉਸਨੇ ਕੋਈ ਅਰਜ਼ੀ ਨਹੀਂ ਦਿੱਤੀ ਅਤੇ ਅਸਲ ਵਿੱਚ ਉਸਦੀ ਸਿਹਤ ਵੀ ਬਿਲਕੁਲ ਠੀਕ ਹੈ।
ਉਸਨੇ ਕਿਹਾ, ਨਹੀਂ ਆਂਟੀ ਜੀ, ਉਸ ਅਰਜੀ ਨੇ ਤੁਹਾਡੇ ਦਸਤਕ ਵੀ ਸਨ। ਉਸਨੇ ਮੈਨੂੰ ਦੱਸਿਆ ਸੀ ਕਿ ਕਾਲਜ ਵਿੱਚ ਇਮਤਿਹਾਨ ਚੱਲ ਰਹੇ ਹਨ ਅਤੇ ਉਹ ਸਿਰਫ ਇਮਤਿਹਾਨ ਦੇਣ ਲਈ ਕਾਲਜ ਗਈ ਹੈ। ਪਰ ਉਸਦੀ ਸਹੇਲੀ ਨੇ ਦੱਸਿਆ ਕਿ ਨਹੀਂ ਆਂਟੀ, ਕਾਲਜ ਵਿੱਚ ਇਮਤਿਹਾਨ ਨਹੀਂ ਚੱਲ ਰਹੇ ਤੇ ਲੰਬੇ ਸਮੇਂ ਤੋਂ ਅਨੰਨਿਆ ਕਾਲਜ ਵਿੱਚ ਆ ਹੀ ਨਹੀਂ ਰਹੀ। ਮੈਂ ਬਹੁਤ ਚਿੰਤਤ ਸੀ ਕਿ ਮੇਰੀ ਧੀ ਕੀ ਕਰ ਰਹੀ ਹੈ। ਅਨੰਨਿਆ ਇਹ ਕਹਿ ਕੇ ਘਰੋਂ ਨਿਕਲ ਜਾਂਦੀ ਸੀ ਕਿ ਉਹ ਕਾਲਜ ਜਾ ਰਹੀ ਹੈ। ਫਿਰ ਉਹ ਕਾਲਜ ਕਿਉਂ ਨਹੀਂ ਜਾ ਰਹੀ? ਮੈਂ ਉਸ ਦੀ ਸਹੇਲੀ ਨੂੰ ਕਿਹਾ ਕਿ ਉਹ ਉਸ ਨੂੰ ਨਾ ਦੱਸੇ ਕਿ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਅਤੇ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਅਨੰਨਿਆ ਦਾ ਮੋਬਾਈਲ ਉਸਦੇ ਕਮਰੇ ਵਿੱਚ ਰੱਖਿਆ। ਸ਼ਾਮ ਨੂੰ ਮੈਂ ਨਵੀਨ ਅਤੇ ਅਨੰਨਿਆ ਨੂੰ ਬੁਲਾਇਆ। ਕਮਰੇ ਦਾ ਮਾਹੌਲ ਬਿਲਕੁਲ ਅਦਾਲਤ ਵਰਗਾ ਸੀ। ਮੈਂ ਖੁਦ ਹੀ ਅਨੰਨਿਆ ਨੂੰ ਉਸਦੀ ਸਹੇਲੀ ਦੇ ਫੋਨ ਬਾਰੇ ਦੱਸਿਆ ਅਤੇ ਪੁੱਛਿਆ ਕਿ ਇਹ ਸਭ ਕੀ ਹੈ ਅਤੇ ਤੂੰ ਕਾਲਜ ਦੇ ਬਹਾਨੇ ਕਿੱਥੇ ਜਾ ਰਹੀ ਹੈ। ਤੁਹਾਡੀ ਦੋਸਤ ਦੱਸ ਰਹੀ ਸੀ ਕਿ ਤੁਸੀਂ ਲਗਭਗ 5 ਦਿਨ ਤੋਂ ਕਾਲਜ ਨਹੀਂ ਜਾ ਰਹੇ ਅਤੇ ਤੁਸੀਂ ਅਰਜੀ ਵੀ ਦਿੱਤੀ ਹੈ ਜਿਸ ਤੇ ਤੁਸੀਂ ਮੇਰੇ ਜਾਲੀ ਦਸਤਕ ਕੀਤੇ ਹਨ। ਤੁਸੀਂ ਝੂਠ ਬੋਲਣ ਦੀ ਹਿੰਮਤ ਕਿਵੇਂ ਕੀਤੀ ਅਤੇ ਤੁਸੀਂ ਇਹ ਸਭ ਕੀ ਕਰ ਰਹੇ ਹੋ? ਨਵੀਨ ਅਤੇ ਅਨੰਨਿਆ ਦੋਵੇਂ ਸਿਰ ਝੁਕਾ ਕੇ ਖੜੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਚੋਰੀ ਫੜੀ ਗਈ ਹੈ।